किसानी बिलों खिलाफ दिल्ली बार्डर ते वड्डी गिनती विच किसान रोस प्रदर्शन कर रहे हैं। हाल ही विच जिला कपूरथला दे पिंड डडविंडी दे वसनीक बलदेव सिंह जिसदी के कोई भी जमीन नहीं सी, पर किसानी बिलों खिलाफ रोस वजों ਉਹ ਪਿੰਡ ਵਾਸੀਆਂ ਦੇ ਨਾਲ ਹੀ ਕਿਸਾਨੀ ਮੋਰਚੇ ਵਿੱਚ ਦਿੱਲੀ ਗਿਆ ਹੋਇਆ ਸੀ, ਜਿੱਥੇ ਬੀਤੀ ਰਾਤ ਹਾਰਟ ਅਟੈਕ ਨਾਲ ਉਸ ਦੀ ਮੌਤ ਹੋ ਗਈ ਹੈ। ਇਸ ਘਟਨਾ ਦੇ ਨਾਲ ਜਿੱਥੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲੀ ਹੈ, ਉੱਥੇ ਹੀ ਮ੍ਰਿਤਕ ਦਾ ਘਰ ਵੀ ਸੁੰਨਾ ਹੋ ਗਿਆ, ਕਿਉਂਕਿ ਬਲਦੇਵ ਸਿੰਘ ਇਕੱਲਾ ਹੀ ਘਰ ਵਿੱਚ ਕੰਮ ਕਰਨ ਵਾਲਾ ਸੀ। ਬਲਦੇਵ ਸਿੰਘ ਦੇ ਅੰਤਮ ਸੰਸਕਾਰ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੀ ਸੰਗਤ, ਕਿਸਾਨਾਂ ਅਤੇ ਸਿਆਸੀ ਲੀਡਰਾਂ ਨੇ ਹਾਜ਼ਰੀ ਭਰੀ। ਪਿੰਡ ਦੇ ਸਰਪੰਚ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੀ ਮ੍ਰਿਤਕ ਦੇ ਪਰਿਵਾਰ ਨੂੰ ਮਾਲੀ ਮਦਦ ਦੇਣ ਦਾ ਭਰੋਸਾ ਦਿੱਤਾ ਹੈ ਅਤੇ ਸਰਕਾਰ ਤੋਂ ਵੀ ਮਦਦ ਕਰਨ ਦੀ ਮੰਗ ਕੀਤੀ ਹੈ। ਅੱਜ ਮੇਰੇ ਪਿੰਡ ਦਾ ਬਲਦੇਵ ਸਿੰਘ ਜੋ ਕਿ ਕਿਸਾਨ ਸੰਘਰਸ਼ ਦਾ ਕਰਕੇ ਉਹਨੂੰ ਦਿੱਲੀ ਉਹਦੇ ਵਿੱਚ ਸ਼ਹੀਦ ਹੋ ਗਿਆ। ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੇਰੇ ਪਿੰਡ 'ਚ ਬਹੁਤ ਹੀ ਇਸ ਗੱਲ ਦਾ ਵੀ ਰੋਸ ਤੇ ਵਿਰੋਧ ਆ ਲੋਕਾਂ 'ਚ ਵੀ, ਇੱਕ ਸਰਕਾਰ ਦੀ ਨਕੰਮੀ ਸਰਕਾਰ ਦੀ ਖਾਤਰ ਸਾਡਾ ਇੱਕ ਬੰਦਾ ਹੋਰ ਸ਼ਹੀਦ ਹੋ ਗਿਆ। ਅੱਜ ਸਾਡੇ ਪਿੰਡ ਨੂੰ ਨਾ ਹੋਣ ਵਾਲਾ ਘਾਟਾ ਪਿਆ ਆ ਤੇ ਅਸੀਂ ਸਰਕਾਰ ਅੱਗੇ ਵੀ ਬੇਨਤੀ ਕਰਦੇ ਹਾਂ ਵੀ ਅਜੇ ਵੀ ਸਾਡੇ ਕਿਸਾਨਾਂ ਨੂੰ ਬਚਾਉਣ ਲਈ ਸਰਕਾਰ ਨੂੰ ਸਹਿਮਤੀ ਦੇ ਦੇਣੀ ਚਾਹੀਦੀ ਆ, ਜਾਂ ਤਾਂ ਕਿ ਲੋਕਾਂ ਦੇ ਰੋਜ਼ ਜਵਾਨ ਪੁੱਤ ਨਾ ਮਰਨ। ਦੱਸਿਆ ਜਾ ਰਿਹਾ ਹੈ ਪਰਿਵਾਰ ਦੀ ਹਾਲਤ ਆਰਥਿਕ ਪੱਖੋਂ ਮਾੜੀ ਹੈ, ਕੋਈ ਸਹਾਇਤਾ ਗ੍ਰਾਮ ਪੰਚਾਇਤ ਵੱਲੋਂ ਜਾਂ ਸਰਕਾਰ ਵੱਲੋਂ ਕਰਨ ਜਾ ਰਹੀ ਹੈ? ਹਾਂਜੀ, ਅਸੀਂ ਆਪਣੇ ਪਿੰਡ ਵੱਲੋਂ, ਪੰਚਾਇਤ ਵੱਲੋਂ ਵੀ ਤੇ ਸਾਰੇ ਨਗਰ ਨਿਵਾਸੀ NRI ਵੀਰਾਂ ਵੱਲੋਂ ਤੇ ਸਾਡੇ ਇਲਾਕੇ ਦੇ MLA ਸਾਹਿਬ ਨੇ ਵੀ ਕਿਹਾ ਵਾ ਅਸੀਂ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਾਲੀ ਮਦਦ ਕਰਾਂਗੇ। ਜਵਾਨ ਪੁੱਤ ਦੀ ਸਰਕਾਰੀ ਨੌਕਰੀ ਦੀ ਮੰਗ ਆ ਰਹੀ ਹੈ ਸਾਹਮਣੇ, ਕਿਸ ਤਰ੍ਹਾਂ? ਹਾਂਜੀ, ਉਹ ਵੀ ਸਰਕਾਰ ਨੇ ਜੀ ਜਿੱਦਾਂ ਅਨਾਉਂਸ ਕੀਤਾ ਆ ਉਹਦੇ ਮੁਤਾਬਕ ਜੋ ਵੀ ਆ ਉਹਨੂੰ ਉਹ ਮਿਲਣਾ ਚਾਹੀਦਾ, ਉਹਨੂੰ ਜੋਬ ਵੀ ਮਿਲਣੀ ਚਾਹੀਦੀ ਆ ਤਾਂ ਕਿ ਪਰਿਵਾਰ ਰੋਟੀ ਖਾਂਦਾ ਰਹਿ ਜਾਏ। ਉਹਦੇ ਘਰ 'ਚ ਉਹਨੂੰ ਬਲਦੇਵ ਸਿੰਘ ਤੋਂ ਬਾਅਦ ਕੋਈ ਵੀ ਕੰਮ ਕਰਨ ਵਾਲਾ ਇਨਸਾਨ ਨਹੀਂ ਰਹਿ ਗਿਆ। ਮੈਂ ਕੁਲਦੀਪ ਸਿੰਘ ਸਾਂਗਰਾ, ਸੂਬਾਈ ਆਗੂ ਕਿਸਾਨ ਸੰਘਰਸ਼ ਕਮੇਟੀ ਕੋਟਬੁੱਢਾ। ਇਹ ਜੋ ਅੱਜ ਇੱਥੇ ਪਹੁੰਚਣ ਦਾ ਕਾਰਨ ਆ ਸਾਡਾ, ਇਹ ਸਰਦਾਰ ਬਲਦੇਵ ਸਿੰਘ ਜਿਹੜੇ ਆ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਕਿਸਾਨੀ ਘੋਲ ਦੇ ਵਿੱਚ ਦਿੱਲੀ ਦੇ ਵਿੱਚ ਆਪਣਾ ਯੋਗਦਾਨ ਬਣਦਾ ਪਾ ਰਹੇ ਸੀ। ਉੱਥੇ ਇਹਨਾਂ ਨੂੰ ਕਿਸਾਨੀ ਘੋਲ ਦੇ ਵਿੱਚ ਲੜਦਿਆਂ ਨੂੰ ਅੱਜ ਜਿਹੜੀ ਆ ਕੋਈ ਦਿੱਕਤ ਹੋਈ ਆ ਤੇ ਇਹਨਾਂ ਦੀ ਉੱਥੇ ਮੌਤ ਹੋ ਗਈ ਆ। ਉੱਥੋਂ ਜਿਹੜਾ ਇਹਨਾਂ ਦੀ ਅੱਜ ਮ੍ਰਿਤਕ ਦੇਹ ਜਿਹੜੀ ਆ ਡਡਵਿੰਡੀ ਪਿੰਡ ਪਹੁੰਚੀ ਆ ਤੇ ਪੋਸਟਮਾਰਟਮ ਕਰਨ ਤੋਂ ਬਾਅਦ ਤੇ ਅੱਜ ਇੱਥੇ ਹੁਣ ਇਸ ਵਕਤ ਇਹਦਾ ਸੰਸਕਾਰ ਕੀਤਾ ਗਿਆ। ਕਿਸ ਨੂੰ ਕਾਰਨ ਸਮਝਦੇ ਹੋ ਮੌਤ ਦਾ? ਕੀ ਕਾਰਨ ਸਮਝਦੇ ਹੋ? ਮੌਤ ਦਾ ਕਾਰਨ ਵੇਖੋ, ਸਭ ਤੋਂ ਪਹਿਲਾਂ ਤਾਂ ਇਹ ਆ ਕਿ ਜਿਹੜੀ ਸਾਡੇ ਮੋਦੀ ਸਰਕਾਰ ਆ ਉਹਨੇ ਜੋ ਕਿਸਾਨਾਂ ਤੇ ਮਜ਼ਦੂਰਾਂ ਦੇ ਸਿਰ ਤੇ ਜਿਹੜੀਆਂ ਪਰੇਸ਼ਾਨੀਆਂ ਪਾਈਆਂ ਨੇ, ਕਾਲੇ ਕਾਨੂੰਨ ਕਿ 3 ਕਾਲੇ ਕਾਨੂੰਨ ਬਣਾਏ, ਹਰ ਇੱਕ ਵਰਗ ਨੂੰ ਜਿਹੜੀ ਆ ਉਹ ਮਾਰ ਪੈ ਰਹੀ ਆ ਤੇ ਉਹਦੇ ਸਬੰਧ ਦੇ ਵਿੱਚ ਜਿਹੜਾ ਕਿਸਾਨ ਹੈ ਚਾਹੇ ਮਜ਼ਦੂਰ ਹੈ ਉਹ ਆਪਣੇ ਘਰ 'ਚ ਵੀ ਪਰੇਸ਼ਾਨ ਹੈ ਤੇ ਸੰਘਰਸ਼ ਦੇ ਵਿੱਚ ਵੀ ਪਰੇਸ਼ਾਨੀ ਰਹਿੰਦੀ ਹੈ ਤੇ ਉਹਨਾਂ ਨੂੰ ਇਸੇ ਪਰੇਸ਼ਾਨੀ ਦੇ ਚੱਲਦਿਆਂ ਕੋਈ ਅੱਜ ਜਿਹੜਾ ਅਟੈਕ ਆਇਆ ਤੇ ਉੱਥੇ ਉਹਨਾਂ ਨੂੰ ਫਸਟ ਏਡ ਦੇ ਤੌਰ ਤੇ ਹਸਪੀਟਲ ਲਿਜਾਂਦਾ ਗਿਆ। ਉਹਨਾਂ ਨੇ ਉਹਨਾਂ ਨੂੰ ਉੱਥੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਥੇਬੰਦੀ ਵੱਲੋਂ ਕੋਈ ਸਹਾਇਤਾ ਕੀਤੀ ਜਾਵੇ ਪਰਿਵਾਰ ਦੀ? ਬਿਲਕੁਲ ਜੀ, ਸੰਯੁਕਤ ਮੋਰਚੇ ਦੀ ਤਰਫੋਂ ਅਸੀਂ ਆਏ ਹਾਂ ਕਿ ਇੱਕ ਸਾਂਝਾ ਜਿਹੜਾ ਉੱਥੇ 32 ਕਿਸਾਨ ਜਥੇਬੰਦੀਆਂ ਦਾ ਜਿਹੜਾ ਦਿੱਲੀ ਦੇ ਵਿੱਚ ਸੰਘਰਸ਼ ਚੱਲ ਰਿਹਾ, ਉਹਦੀ ਤਰਫੋਂ ਜਦੋਂ ਸਵੇਰੇ ਉਹਨਾਂ ਨੂੰ ਉੱਥੇ ਸੂਚਨਾ ਮਿਲੀ ਹੈ, ਸਾਡੇ ਪ੍ਰਧਾਨ ਸਾਹਿਬ ਸਰਦਾਰ ਇੰਦਰਜੀਤ ਸਿੰਘ ਕੋਟਬੁੱਢਾ ਨੂੰ ਦਿੱਤੀ ਹੈ ਤੇ ਉਹਨਾਂ ਨੇ ਸੰਯੁਕਤ ਮੋਰਚੇ ਦੇ ਵਿੱਚ ਇਹ ਗੱਲ ਪਹੁੰਚਾਈ ਆ ਤੇ ਉਹਨਾਂ ਨੂੰ ਫੁੱਲ ਹਮਾਇਤ ਦੇਣ ਦਾ ਜਿਹੜਾ ਵਾ ਇਸ ਪਰਿਵਾਰ ਨੂੰ ਐਲਾਨ ਕੀਤਾ ਗਿਆ ਵਾ ਕਿ ਕੋਈ ਵੀ ਜਿਹੜੀ ਬਣਦੀ ਸਹਾਇਤਾ ਹੋਈ ਉਹ ਜ਼ਰੂਰ ਇਹਨਾਂ ਦੀ ਕੀਤੀ ਜਾਵੇਗੀ। ਇਸੇ ਕਰਕੇ ਹੀ ਸਵੇਰ ਦੇ ਅਸੀਂ ਇੱਥੇ ਆਣ ਕੇ ਪਰਿਵਾਰ ਦੇ ਨਾਲ ਖੜੇ ਹਾਂ ਤੇ ਪਰਿਵਾਰ ਨੂੰ ਇਹ ਵਿਸ਼ਵਾਸ ਵੀ ਦਿਵਾਉਂਦੇ ਹਾਂ, ਵਿਸ਼ਵਾਸ ਦਿਵਾਇਆ ਵੀ ਹੈ ਤੇ ਅੱਗੇ ਤੋਂ ਵੀ ਜਿੱਥੇ ਲੋੜ ਪਊਗੀ ਜਥੇਬੰਦੀਆਂ ਜੁੜੀਆਂ ਸਾਰੀਆਂ ਨਾਲ ਖੜੀਆਂ ਨੇ। ਮੈਨੂੰ ਮਾਸਟਰ ਚਰਨ ਸਿੰਘ ਪਿੰਡ ਹੈਬਤਪੁਰ ਆਮ ਤੌਰ 'ਤੇ ਇਸ ਨਾਂ ਦੇ ਨਾਲ ਜਾਣਿਆ ਜਾਂਦਾ ਹੈ, ਕਿਉਂਕਿ ਮੈਂ ਕੁੱਲ ਹਿੰਦ ਕਿਸਾਨ ਸਭਾ ਜਿਹੜੀ ਸੰਯੁਕਤ ਕਿਸਾਨ ਮੋਰਚੇ ਦਾ ਇੱਕ ਹਿੱਸਾ ਹੈ, ਉਹਦੇ ਵਿੱਚ ਅਸੀਂ ਵੀ ਸ਼ਾਮਲ ਆ ਤੇ ਅੱਜ ਅਸੀਂ ਉਹ ਸਰਕਾਰ ਨੇ, ਕੇਂਦਰ ਦੀ ਸਰਕਾਰ ਜਿਹਨੇ 3 ਕਾਲੇ ਕਾਨੂੰਨ ਬਣਾਏ ਆ, ਜਿਹਦੀ ਵਜ੍ਹਾ ਦੇ ਨਾਲ ਉੱਥੇ ਦਿੱਲੀ ਦੇ ਵਿੱਚ 3 ਬਾਰਡਰਾਂ ਤੇ, ਚਾਹੇ ਉਹ ਸਿੰਧੂ ਬਾਰਡਰ ਹੋਵੇ, ਚਾਹੇ ਉਹ ਗਾਜੀਪੁਰ ਬਾਰਡਰ ਹੋਵੇ, ਚਾਹੇ ਉਹ ਟਿੱਕਰੀ ਬਾਰਡਰ ਹੋਵੇ, ਉੱਥੇ ਸਾਡੇ ਲੱਖਾਂ ਹੀ ਕਿਸਾਨ ਜਿਹੜੇ ਆ ਲਗਭਗ 3 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਜਿਹੜਾ ਉੱਥੇ ਉਹਨਾਂ ਨੇ ਡੇਰੇ ਲਾਏ ਹੋਏ ਆ। ਉਹ ਡੇਰੇ ਕਿਉਂ ਲਾਏ ਆ, ਉੱਥੋਂ ਦੀਆਂ ਮੁਸ਼ਕਲਾਂ ਕਿਉਂ ਚੱਲੀਆਂ, ਘਰਾਂ ਤੋਂ ਬਾਹਰ ਕਿਉਂ ਹੋਇਆ, ਕਿਉਂਕਿ ਉਹ ਜਿੰਨਾ ਚਿਰ ਕਾਲੇ ਕਾਨੂੰਨ ਜਿਹੜੇ ਕਿ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਕਿਸਾਨਾਂ ਦੀ ਮੌਤ ਦੇ ਵਾਰੰਟ ਦੱਸਿਆ, ਉਹਨਾਂ ਨੂੰ ਰੱਦ ਕਰਾਉਣ ਲਈ ਤੇ ਆਪਣੀ ਮਤਲਬ ਜਿਹੜੀ ਹੈਗੀ ਆ ਆਪਣੀਆਂ ਜ਼ਮੀਨਾਂ ਬਹਾਲ ਰੱਖਣ ਲਈ, ਆਪਣਾ ਕਿੱਤਾ ਬਹਾਲ ਰੱਖਣ ਲਈ, ਜਨਤਾ ਦੀ ਰੋਟੀ ਨੂੰ ਬਹਾਲ ਰੱਖਣ ਲਈ ਉਹ ਜਿਹੜੇ ਉੱਥੇ ਮੈਦਾਨ ਦੇ ਵਿੱਚ ਡਟੇ ਹੋਏ ਆ। ਕਿਉਂਕਿ ਉੱਥੇ 250 ਤੋਂ ਵੱਧ ਜਿਹੜੇ ਕਿਸਾਨ ਆ ਉਹ ਪਹਿਲਾਂ ਵੀ ਸ਼ਹੀਦੀਆਂ ਦੇ ਚੁੱਕੇ ਆ।
ਕੁਰਬਾਨੀ ਦੇ ਚੁੱਕੇ ਆ। ਉਹਨਾਂ ਵਿੱਚ ਇਹ ਸਰਦਾਰ ਬਲਦੇਵ ਸਿੰਘ ਪਿੰਡ ਡੜਵਿੰਡੀ ਤੋਂ, ਜਿਹੜੇ ਇਹ ਵੀ ਉੱਥੇ ਗਏ ਸੀ, ਕਿਸਾਨਾਂ ਦੀ ਮਦਦ ਵਾਸਤੇ ਗਏ ਸੀ, ਉਸ ਮੋਰਚੇ ਤੇ ਗਏ ਸੀ, ਉਹ ਕਾਲੇ ਕਾਨੂੰਨ ਵਾਪਸ ਕਰਾਉਣ ਗਏ ਸੀ। ਅਚਾਨਕ ਇਹਨਾਂ ਦਾ ਉੱਥੇ ਦਿਲ ਫੇਲ ਹੋਣ ਦੇ ਨਾਲ ਇਹ ਉੱਥੇ ਮਤਲਬ ਰੱਬ ਨੂੰ ਪਿਆਰੇ ਹੋ ਗਏ, ਸੁਰਗਵਾਸ ਹੋ ਗਏ, ਜਿਹਦਾ ਦਾ ਬੜਾ ਘਾਟਾ, ਬੜਾ ਅਫਸੋਸ ਆ। ਚਾਹੇ ਉਹ ਸਾਡੇ ਕਿਸਾਨ ਜਥੇਬੰਦੀਆਂ ਹੋਣ ਤੇ ਉਹਨਾਂ ਨੂੰ ਬੜਾ ਵੱਡਾ ਘਾਟਾ, ਜਾਂ ਘਰ ਦਾ ਪਰਿਵਾਰ, ਹੋਰ ਭੈਣ ਰਿਸ਼ਤੇਦਾਰ ਸੱਜਣ ਮਿੱਤਰ ਜਿਹੜੇ ਆ, ਇਹ ਸਾਰਿਆਂ ਲਈ ਸਹਿ ਘਾਟਾ। ਅੱਜ ਉਹਨਾਂ ਦੇ ਸੰਸਕਾਰ ਤੋਂ ਬਾਅਦ ਆ ਦੇਖੋ ਜਿਹੜੇ ਇੱਥੇ ਹਜ਼ਾਰਾਂ ਲੋਕ ਇੱਥੇ ਇਕੱਠੇ ਹੋਏ ਆ, ਸਾਰੇ ਇਸ ਦੁੱਖ ਦੇ ਵਿੱਚ ਸ਼ਰੀਕ ਹੋਏ ਆ। ਤੇ ਇਹ ਹੈ ਵੀ ਉਹਨਾਂ ਦੀ ਇਸ ਕੁਰਬਾਨੀ ਤੋਂ ਆਪਾਂ ਨੂੰ ਸਾਰਿਆਂ ਨੂੰ ਪ੍ਰੇਰਨਾ ਇਹੀ ਲੈ ਕੇ ਵੀ, ਕਿਉਂਕਿ ਉਹ ਇੱਕ ਕਾਲੇ ਕਾਨੂੰਨ ਜਿਹੜੇ ਕਿਸਾਨੀ ਦੇ ਮੌਤ ਦੇ ਵਾਰੰਟ ਆ, ਉਹਨਾਂ ਨੂੰ ਰੱਦ ਕਰਾਉਣ ਲਈ ਗਏ ਸੀ। ਆਪਾਂ ਉਹਨਾਂ ਨੂੰ ਜਿਹੜਾ ਅਧੂਰਾ ਕਾਜ ਉਹ ਛੱਡ ਗਿਆ, ਉਹਨਾਂ ਨੂੰ ਪੂਰਾ ਕਰਨ ਵਾਸਤੇ ਇਹਨਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਤੇ ਆਪਾਂ ਨੂੰ ਜਿਹੜੇ ਕਾਲੇ ਕਾਨੂੰਨ ਜਿਹੜੇ ਜਿੰਨਾ ਚਿਰ ਵਾਪਸ ਨਹੀਂ ਹੁੰਦੇ, ਤੇ ਇਸੇ ਤਰ੍ਹਾਂ ਹੀ ਆਪਾਂ ਨੂੰ ਦਿੱਲੀ ਜਾ ਕੇ, ਜਿਹੜੇ ਦਿੱਲੀ ਨਹੀਂ ਜਾ ਸਕਦੇ ਉਹ ਇੱਥੇ ਰਹਿ ਕੇ ਵੀ ਉਹਨਾਂ ਕਿਸਾਨਾਂ ਦੀ ਆਪਾਂ ਉਹ ਮਦਦ ਕਰ ਸਕਦੇ ਹਾਂ। ਸੋ ਆਪਾਂ ਨੂੰ ਇਸ ਕੰਮ ਲਈ ਪੂਰਾ ਕਰਨ ਵਾਸਤੇ ਹਰ ਤਰ੍ਹਾਂ ਉਹਨਾਂ ਕਿਸਾਨ ਜਥੇਬੰਦੀਆਂ ਦੀ ਤੇ ਹੋਰ ਪਰਿਵਾਰ ਦੇ ਵਿੱਚ ਜਿਹੜੀ, ਕਿਉਂਕਿ ਉਹਦੀ ਘਾਟ ਪੈਦਾ ਹੋ ਗਈ ਬਲਦੇਵ ਸਿੰਘ ਦੀ, ਪਰਿਵਾਰ ਦੀ ਮਦਦ ਵਾਸਤੇ, ਉਹਨਾਂ ਕਿਸਾਨਾਂ ਦੀ ਮਦਦ ਵਾਸਤੇ ਆਪਾਂ ਨੂੰ ਤਤਪਰ ਰਹਿਣਾ ਚਾਹੀਦਾ। ਤੇ ਜਿਹੜਾ ਉਹ ਆਪਾਂ ਨੂੰ ਇਹ ਸੁਨੇਹਾ ਦੇ ਗਏ ਆ ਵੀ ਦਿੱਲੀ ਜਾ ਕੇ ਉੱਥੇ ਬਾਰਡਰਾਂ ਤੇ ਜਾ ਕੇ ਤੇ ਆਪਾਂ ਕਿਸਾਨ ਹਿੱਤਾਂ ਦੀ ਰਾਖੀ ਕਰਨੀ ਆ, ਉਹਦੇ ਲਈ ਵੀ ਤਿਆਰ ਰਹਿਣਾ ਚਾਹੀਦਾ। ਕਿਸ ਨੂੰ ਜ਼ਿੰਮੇਵਾਰ ਸਮਝਾਉਂਦੇ ਹੋ? ਇਹ ਜ਼ਿੰਮੇਵਾਰ ਦੇਖੋ ਜੀ, ਇਹ ਸਾਰਾ ਸਿਸਟਮ ਆ, ਸਾਡੀ ਉਹ ਸਰਕਾਰ ਆ ਜਿਹਨੇ ਇਹ ਜਿਹੜੇ ਇੱਦਾਂ ਦੇ ਕਾਲੇ ਕਾਨੂੰਨ ਜਿਹੜੇ ਬਣਾਏ ਆ ਨਾ, ਇਹ ਅਸਲ ਜ਼ਿੰਮੇਵਾਰ ਇਹ ਆ। ਕਿਉਂਕਿ ਜੇ ਕਾਲੇ ਕਾਨੂੰਨ ਨਾ ਬਣਾਉਂਦੀ, ਇਹ ਜਿਹੜੇ ਇੰਨੇ ਕਿਸਾਨਾਂ ਦੀਆਂ ਕੁਰਬਾਨੀਆਂ ਹੋਈਆਂ, ਸ਼ਹਾਦਤਾਂ ਹੋਈਆਂ, ਇਹ ਨਹੀਂ ਸੀ ਹੋਣੀਆਂ। ਤੇ ਉਹ ਵੀ ਆਪਣੀ ਮਤਲਬ ਜਿਹੜੀ ਜ਼ਿੰਦਗੀ ਆ ਉਹ ਆਮ ਜਿਵੇਂ ਲੋਕ ਜੀਉ ਰਹੇ ਆ ਉਸੇ ਤਰ੍ਹਾਂ ਜਿਉਂਦੇ, ਤੇ ਇਹ ਜਿਹੜੀਆਂ ਕੁਰਬਾਨੀਆਂ ਜਿਹੜੀਆਂ ਇਹਨਾਂ ਤੋਂ ਬਚਿਆ ਜਾ ਸਕਦਾ। ਬਹੁਤ ਦੁੱਖ ਦੀ ਗੱਲ ਹੈ ਕਿ ਉਧਰ ਪਾਕਿਸਤਾਨ ਦੇ ਬਾਰਡਰਾਂ ਤੋਂ ਸਾਡੇ ਪੰਜਾਬੀਆਂ ਦੀਆਂ ਲਾਸ਼ਾਂ ਆ ਰਹੀਆਂ ਨੇ, ਉਧਰੋਂ ਦਿੱਲੀ ਦੇ ਬਾਰਡਰਾਂ ਤੋਂ ਸਾਡੀਆਂ ਲਾਸ਼ਾਂ ਆ ਰਹੀਆਂ ਨੇ, ਔਰ ਇੰਨਾ ਬੇਰਹਿਮ ਬੇਦਰਦ ਪ੍ਰਾਈਮ ਮਿਨਿਸਟਰ ਕਿ ਉਹਨੂੰ ਮਾਸਾ ਵੀ ਤਰਸ ਨਹੀਂ ਆ ਰਿਹਾ। ਸੋ ਪਤਾ ਨਹੀਂ ਉਹ ਕੀ ਇਮਤਿਹਾਨ ਲੈ ਰਿਹਾ ਹੈ। ਔਰ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਾਂਗਾ, ਕਿਉਂਕਿ ਮੈਂ ਇੱਕ ਕਿਸਾਨ ਦੇ ਤੌਰ ਤੇ ਇਹ ਬੋਲ ਰਿਹਾ, ਇੱਕ ਖਿਡਾਰੀ ਦੇ ਤੌਰ ਤੇ ਬੋਲ ਰਿਹਾ, ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਾਂਗਾ ਕਿ ਇਸ ਗਰੀਬ ਪਰਿਵਾਰ ਦੇ ਵਿੱਚ ਜਿਹੜਾ ਉਹਨਾਂ ਦਾ ਬੱਚਾ ਹੈ ਉਹਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਔਰ ਤਾਂ ਕਿ ਇਸ ਪਰਿਵਾਰ ਦਾ ਜਿਹੜਾ ਗੁਜ਼ਾਰਾ ਚੱਲ ਸਕੇ। ਬਹੁਤ ਮੰਦਹਾਲੀ ਦੇ ਵਿੱਚ ਹੈ, ਔਰ ਜ਼ੋਰ ਲਾਈਏ ਸਾਰੇ ਮਿਲ ਕੇ ਸੰਘਰਸ਼ ਨੂੰ ਹੋਰ ਤਿੱਖਾ ਕਰੀਏ ਤਾਂ ਕਿ ਇਹ ਪੰਜਾਬ ਦੇ ਕਿਸਾਨਾਂ ਦੀ, ਪੰਜਾਬ ਦੀ ਜਿੱਤ ਹੋਵੇ। ਇਹ ਬਲਦੇਵ ਸਿੰਘ ਜੋ ਸ਼ਹੀਦ ਹੋਏ ਨੇ ਮੋਰਚੇ ਦੇ ਵਿੱਚ, ਇਹ ਆਪਣੇ ਜਥੇ ਨਾਲ ਗਏ ਸੀਗੇ ਤੇ ਜਿਨ੍ਹਾਂ ਨੂੰ ਹਾਰਟ ਪ੍ਰੋਬਲਮ ਆਉਣ ਕਰਕੇ ਉੱਥੇ ਮੋਰਚੇ ਸ਼ਹੀਦੀ ਪ੍ਰਾਪਤ ਕੀਤੀ ਇਹਨਾਂ ਨੇ, ਜੋ ਕਿਸਾਨੀ ਸੰਘਰਸ਼ ਲੜਦਿਆਂ ਸ਼ਹੀਦ ਹੋਏ ਨੇ। ਪਰ ਇਹ ਦਿੱਲੀ ਜੋ ਮੋਦੀ ਸਰਕਾਰ ਆ ਉਹਨਾਂ ਨੂੰ ਇਹ ਚੇਤਾਵਨੀ ਹੈ ਵੀ ਜੋ ਇਹ ਸ਼ਹੀਦੀਆਂ ਹੋ ਰਹੀਆਂ ਵਾ, ਇਹਨਾਂ ਦਾ ਖਜ਼ਾਨਾ ਇਹਨਾਂ ਨੂੰ ਭੁਗਤਣਾ ਪਵੇਗਾ। ਤੇ ਸਾਡੇ ਕਿਸਾਨ ਲਗਾਤਾਰ ਡਟੇ ਹੋਏ ਨੇ, ਔਰ ਜੋ ਵੀ ਜਿੱਥੋਂ ਤਾਈਂ ਹੋ ਸਕਿਆ ਅਸੀਂ ਜੂਝਾਂਗੇ, ਔਰ ਇਹ ਬਲਦੇਵ ਸਿੰਘ ਦੀ ਸ਼ਹੀਦੀ ਨੂੰ ਸਦਾ ਯਾਦ ਰੱਖਿਆ ਜਾਏਗਾ ਜੀ। ਬਲਦੇਵ ਸਿੰਘ ਜੀ ਜੋ ਸੰਘਰਸ਼ ਵਿੱਚ ਸ਼ਹੀਦ ਹੋਏ ਆ ਪਿੰਡ ਡੜਵਿੰਡੀ ਤੋਂ, ਇਹਨਾਂ ਦੀ ਜਿਹੜੀ ਸ਼ਹੀਦੀ ਆ ਉਹ ਜਾਈ ਨਹੀਂ ਜਾਊਗੀ। ਇਹ ਇੱਕ ਨਾ ਮੋਦੀ ਦੀ ਜਿਹੜੀ ਕਹਿ ਲਓ ਵੀ ਅਰਥੀ ਵਿੱਚ ਕਿੱਲ ਹੋਊਗਾ ਇੱਕ, ਤਾਂ ਮੋਦੀ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਜਿਹੜਾ ਮੰਗਾਂ ਮੰਨੀਆਂ ਜਾਣ ਸੰਘਰਸ਼ ਦੀਆਂ ਜਿੰਨੀਆਂ ਵੀ ਆ, ਤੇ ਸ਼ਹੀਦ ਨਾ ਹੋਣ। ਜੇ ਇਹਦਾ ਕੋਈ ਆਪ ਦਾ ਪੁੱਤ ਹੁੰਦਾ ਤੈਨੂੰ ਦਰਦ ਹੁੰਦਾ ਜੀ। ਮੌਤ ਲਈ ਕਿਸ ਨੂੰ ਜ਼ਿੰਮੇਵਾਰ ਸਮਝਦੇ? ਮੋਦੀ ਸਰਕਾਰ, ਕਿਉਂਕਿ ਕਾਨੂੰਨ ਉਹਨਾਂ ਨੇ ਬਣਾਏ ਆ, ਮੋਦੀ ਸਰਕਾਰ ਇਹਦੇ ਲਈ ਜ਼ਿੰਮੇਵਾਰ ਹੈ ਜੀ। ਹੁਣ ਤੱਕ 250 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਨੇ, ਕਿਸ ਤਰ੍ਹਾਂ ਦੇਖਦੇ ਹੋ? ਬਹੁਤ ਦੁੱਖ ਵਾਲੀ ਗੱਲ ਆ। ਸਰਕਾਰ ਨੂੰ ਨਾ ਬਿਨਾਂ ਕਿਸੇ ਦੇਰੀ ਤੋਂ ਮੰਨਣਾ ਚਾਹੀਦਾ, ਨਤੀਜਾ ਇਹਨਾਂ ਸਰਕਾਰਾਂ ਨੂੰ ਭੁਗਤਣਾ ਪੈਣਾ। ਇਹਨਾਂ ਦਾ ਲੋਕ ਇਹਨਾਂ ਨੂੰ ਵੀ ਨਾ ਚੱਲਦਾ ਕਰ ਦੇਣਗੇ। ਸੁਲਤਾਨਪੁਰ ਲੋਧੀ ਤੋਂ ਜਸਵਿੰਦਰ ਸਿੰਘ ਸੰਧਾ ਦੀ ਰਿਪੋਰਟ, ਸੁਰਖਾਬ ਟੀਵੀ।